ਗੌਰਮੈਂਟ ਜਿਹੜੀ ਉਹ ਕਿਸਾਨਾਂ ਨੂੰ ਕਹਿ ਰਹੀ ਵੀ ਅਸੀਂ ਜਾਗਰੂਕ ਕਰਨਾ ਆ, ਇਹ ਕੋਈ ਵਧੀਆ ਗੱਲ ਨਹੀਂ ਬਣਦੀ ਤੇ ਸਾਡਾ ਟੈਕਸ ਸਾਨੂੰ ਵਾਪਸ ਨਹੀਂ ਦਿੰਦੇ ਤੇ ਇਹਨਾਂ ਦੀ ਇਹ ਤਾਨਾਸ਼ਾਹੀ ਅਸੀਂ ਚੱਲਣ ਨਹੀਂ ਦੇਣੀ। ਮੋਦੀ ਗੌਰਮੈਂਟ ਤਾਂ ਸੁਣਨ ਨੂੰ ਹੀ ਤਿਆਰ ਨਹੀਂ। ਕੀ ਕਿਸਾਨ ਸੁਣਦੇ ਨੇ ਤੁਹਾਡੀ? ਕਿਸਾਨ ਸੁਣਦੇ ਆ। ਦੇਖੋ ਜੀ ਕਿਸਾਨ ਦੇ ਜਿਹਦੇ ਬੱਚੇ ਮਰਦੇ ਆ, ਦੇਖੋ ਜੀ ਧਰਨੇ ਦੇ ਬਾਰੇ ਗੱਲ ਇਹ ਆ ਵੀ ਨਰਿੰਦਰ ਮੋਦੀ ਬੰਦਾ ਹੀ ਆ, ਰੱਬ ਨਹੀਂ। ਸਤਿ ਸ਼੍ਰੀ ਅਕਾਲ ਜੀ, ਸ਼ਨਕਾਟਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਕਿਸਾਨ ਆਰਡੀਨੈਂਸ ਦੇ ਬਾਰੇ ਅੱਜ ਕਾਫੀ ਦਿਨਾਂ ਤੋਂ ਮਸਲਾ ਪੱਕਿਆ ਹੋਇਆ ਸੀ ਤੇ ਅੱਜ 25 ਸਤੰਬਰ ਨੂੰ ਜੋ ਕਿ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ। ਅੱਜ ਸਾਡੇ ਨਾਲ ਪਿੰਡ ਲਿੱਤਰਾਂ ਤੋਂ ਸਾਡੇ ਨਾਲ ਜਿਹੜੇ ਜਥੇਬੰਦੀ ਦੇ ਅਹੁਦੇਦਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਤੇ ਪੁੱਛਦੇ ਆ ਵੀ ਅੱਜ ਦਾ ਜਿਹੜਾ ਬੰਦ ਕੀਤਾ ਗਿਆ ਉਹ ਕਿੰਨੀ ਦੇਰ ਤੱਕ ਬੰਦ ਰਹਿਣਾ ਤੇ ਉਹਦੇ ਵਿੱਚ ਕੀ ਤੁਹਾਡੇ ਏਜੰਡੇ ਕੀ ਹੋਣਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਜਿਹੜਾ ਇਹ ਬੰਦ ਹੈਗਾ ਆ ਇਹ ਕਿੰਨੇ ਟਾਈਮ ਤੋਂ ਕਿੰਨੇ ਵਜੇ ਤੱਕ ਰੱਖਣਾ? ਸਭ ਤੋਂ ਇਹ ਜੀ ਜੋ ਕਿਸਾਨ ਜਥੇਬੰਦੀਆਂ ਨੇ ਸਾਨੂੰ ਕਿਹਾ 11 ਵਜੇ ਤੋਂ 4 ਵਜੇ ਤੱਕ ਕਾਲ, ਅਸੀਂ ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨ ਜਥੇਬੰਦੀਆਂ ਨਾਲ ਆ, ਅਸੀਂ ਇਹ 4-5 ਵਜੇ ਤੱਕ ਸ਼ਾਮ ਤੱਕ ਬੰਦ ਰੱਖਾਂਗੇ। ਜਿਹੜਾ ਆਰਡੀਨੈਂਸ ਆ ਆਰਡੀਨੈਂਸ ਦੇ ਵਿੱਚ ਕੁਝ ਮੁੱਦੇ ਇਦਾਂ ਦੇ ਹੈਗੇ ਜਿਹੜੇ ਹੋ ਸਕਦਾ ਸ਼ਾਇਦ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਹੋਣ, ਪਰ ਅੱਜ ਕਿਤੇ ਲੱਗਦਾ ਵੀ ਤੁਹਾਨੂੰ ਉਹ ਕਿਸਾਨਾਂ ਨੂੰ ਉਸ ਦੇ ਬਾਰੇ ਪਹਿਲਾਂ ਜਾਣੂ ਕਰਵਾ ਦੇਣਾ ਚਾਹੀਦਾ ਸੀਗਾ। ਦੇਖੋ ਜੀ ਜਾਣੂ ਵੀ ਕਰਵਾ ਦੇਣਾ ਚਾਹੀਦਾ ਸੀ। ਪਹਿਲੀ ਗੱਲ ਤਾਂ ਇੱਕ ਕਿਸਾਨ ਜਥੇਬੰਦੀਆਂ ਨਾਲ ਸੈਂਟਰ ਗਵਰਨਮੈਂਟ ਨੂੰ ਰਾਬਤਾ ਕਰਕੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਨੀ ਸੀ। ਇਦਾਂ ਨਹੀਂਗਾ ਵੀ ਆਪਾਂ ਤਾਨਾਸ਼ਾਹੀ ਆਪਾਂ ਰੋਖੋ ਅਪਣਾ ਲਈਏ, ਪਹਿਲਾਂ 400 ਤੁਹਾਡੇ ਤੋਂ ਮੈਂਬਰ ਆ, ਤੁਸੀਂ ਐਮਪੀ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਕਰਕੇ ਤੇ ਫਿਰ ਰਾਜ ਸਭਾ ਵਿੱਚ ਤੁਸੀਂ ਬਿਨਾਂ ਵੋਟਿੰਗ ਤੋਂ ਇਹ ਬਣਾ ਕੇ ਤਾਂ ਹੁਣ ਤੁਸੀਂ ਆ ਕੇ ਬੀਜੇਪੀ ਵਾਲੀ ਗਵਰਨਮੈਂਟ ਜਿਹੜੀ ਉਹ ਕਿਸਾਨਾਂ ਨੂੰ ਕਹਿ ਰਹੀ ਵੀ ਅਸੀਂ ਜਾਗਰੂਕ ਕਰਨਾ ਆ, ਇਹ ਕੋਈ ਵਧੀਆ ਗੱਲ ਨਹੀਂ ਬਣਦੀ। ਜੇ ਮੋਦੀ ਸਾਹਿਬ ਵਾਕਈ ਚਾਹੁੰਦੇ ਸੀਗੇ ਕਿਸਾਨਾਂ ਦੇ ਹੱਕ 'ਚ ਆ ਜਾਂ ਨਹੀਂ ਹੱਕ 'ਚ, ਅੱਜ ਸੜਕਾਂ 'ਤੇ ਤਾਂ ਕਿਸਾਨ ਉਤਰੇ ਆ, ਕਿਸਾਨਾਂ ਨੂੰ ਤਾਂ ਪੁੱਛੋ ਵੀ ਉਹਨਾਂ ਦੇ ਹੱਕ 'ਚ ਆ ਕਿ ਗਲਤ 'ਚ ਆ, ਉਹ ਤਾਂ ਪੁੱਛਣ ਤੇ ਨਹੀਂ ਆ ਰਿਹਾ। ਇਹਦੇ ਵਿੱਚ ਆਰਡੀਨੈਂਸ ਕਿਹੜੇ ਜਿਹੜੇ ਪੱਖ ਦੇ ਉੱਤੇ ਤੁਸੀਂ ਸਭ ਤੋਂ ਜ਼ਿਆਦਾ ਜ਼ੋਰ ਦੇ ਰਹੇ ਵੀ ਇਹ ਪੱਖ ਦੇ ਵਿੱਚ ਨਹੀਂ ਹੋਣਾ ਚਾਹੀਦਾ ਸੀ? ਪਹਿਲੀ ਗੱਲ ਤਾਂ ਜੀ ਹੁਣ ਪ੍ਰਧਾਨ ਮੰਤਰੀ ਸਾਹਿਬ ਸਾਡੇ ਨੈੱਟ ਤੇ ਟੀਵੀ ਤੇ ਲਾਈਵ ਹੋ ਕੇ ਕਹਿੰਦੇ ਆ ਵੀ ਅਸੀਂ MSP ਨਹੀਂ ਤੋੜਨ ਦਿੱਤੀ ਜਾਊ, ਪਰ ਬਿੱਲ ਵਿੱਚ ਤਾਂ ਰਿਟਨ ਵਿੱਚ ਹੈ ਹੀ ਨਹੀਂ। ਜੇ ਸਰਕਾਰੀ ਖਰੀਦ ਖਤਮ ਹੋ ਗਈ, ਇਹਨਾਂ ਦਾ ਪਲਾਨ ਹੀ ਇਹ ਆ। ਇਹਨਾਂ ਨੂੰ ਦਿਸਦਾ ਆ ਵੀ ਜਿਹੜਾ 40,000 ਕਰੋੜ ਰੁਪਈਆ ਸਾਲ ਦਾ ਘਾਟਾ ਪੈ ਰਿਹਾ ਸੈਂਟਰ ਗਵਰਨਮੈਂਟ ਨੂੰ, ਇਹ ਇਹਨਾਂ ਨੂੰ ਪੁੱਛਣਾ ਨਾ ਹੋਵੇ ਵੀ ਉਹ ਪੈਸਾ ਦਿੰਦਾ ਕੌਣ ਹੈ ਤੁਹਾਨੂੰ। ਤੁਸੀਂ ਬੀਜੇਪੀ ਵਾਲੇ ਫੰਡ ਇਕੱਠਾ ਕਰਦੇ ਆ, ਸਾਡਾ ਆ, ਮੈਂ ਇੱਕ ਆੜ੍ਹਤੀਆਂ ਵੀ ਆ, 1 ਲੱਖ ਰੁਪਈਆ ਮੈਂ ਟੈਕਸ ਦਿੰਦਾ ਆ, ਪਰ ਜੇ ਮੈਂ ਆਪਣੀ ਨਿੱਜੀ ਗੱਲ ਕਰਾਂ ਤੇ ਮੈਂ ਕਮਾਇਆ ਹੀ ਸਾਰਾ ਜ਼ਿਮੀਂਦਾਰ ਤੋਂ ਆ। ਜੋ ਸਾਡੇ ਘਰ ਵਿੱਚ ਹੈਗਾ ਉਹ ਅਸੀਂ ਜ਼ਿਮੀਂਦਾਰ ਤੋਂ ਕਮਾਇਆ ਤੇ ਸਾਡਾ ਟੈਕਸ ਸਾਨੂੰ ਵਾਪਸ ਨਹੀਂ ਦਿੰਦੇ ਤੇ ਇਹਨਾਂ ਦੀ ਇਹ ਤਾਨਾਸ਼ਾਹੀ ਚੱਲਣ ਨਹੀਂ ਦੇਣੀ। ਜਿਹੜਾ ਆਰਡੀਨੈਂਸ ਜੇਕਰ ਇਹ ਆਰਡੀਨੈਂਸ ਪਾਸ ਹੋ ਜਾਂਦਾ ਹੈ, ਲਗਭਗ ਆਰਡੀਨੈਂਸ ਪਾਸ ਹੋ ਚੁੱਕਾ, ਜੇਕਰ ਤੁਹਾਡੇ ਕੋਲ ਇਹ ਚੀਜ਼ ਪੁੱਛੀ ਜਾਂਦੀ ਵੀ ਤੁਸੀਂ ਇਹਦੇ ਵਿੱਚ ਕਿਹੜੇ ਤਬਦੀਲੀਆਂ ਕਰਨਾ ਚਾਹੁੰਦੇ ਹੋ, ਉਹ ਤੁਸੀਂ ਕੀ ਤਬਦੀਲੀ ਰੱਖਣਾ ਚਾਹੁੰਦੇ ਹੋ? ਅਸੀਂ ਜੀ ਇਹ ਪਹਿਲੀ ਗੱਲ ਤਾਂ ਸਾਡੀ ਸਰਕਾਰੀ ਖਰੀਦ ਨਹੀਂ ਬੰਦ ਹੋਣੀ ਚਾਹੀਦੀ, ਠੀਕ ਹੈ ਜੀ। ਜਿੰਨੇ % ਉਹਦਾ ਕੋਟਾ FCI ਨੂੰ ਪਹਿਲਾਂ ਸੀਗਾ ਉਨੇ % ਕੋਟਾ ਹੁਣ ਰੱਖਣਾ ਪੈਣਾ ਆ। ਤੇ ਦੂਸਰੀ ਜਿਹੜੀ ਪੰਜਾਬ ਵਿੱਚ ਮੰਡੀ ਬੋਰਡ ਦਾ ਸਿਸਟਮ ਜਿਹੜਾ ਹਿੰਦੁਸਤਾਨ 'ਚ ਪਹਿਲੇ ਨੰਬਰ ਤੇ ਆ, ਇਹ ਖਤਮ ਨਹੀਂ ਹੋਣਾ ਚਾਹੀਦਾ। ਇਹ 2 ਸ਼ਰਤਾਂ ਤਾਂ ਸਾਨੂੰ ਹਰ ਵਕਤ ਲਾਗੂ ਕਰਨੀਆਂ ਪੈਣੀਆਂ। ਤੇ ਦੂਸਰੀ ਗੱਲ, ਤੁਸੀਂ ਆਪ ਸਿਆਣੇ ਆ, DC SDM ਉਹ ਇੱਕ ਗਰੀਬ ਕਿਸਾਨ ਦੀ ਗੱਲ ਸੁਣਨਗੇ ਕਿ ਇੱਕ ਸ਼ਾਹੂਕਾਰ ਦੀ ਗੱਲ ਸੁਣਨਗੇ। ਜਿਹੜੀਆਂ ਵੱਡੀਆਂ ਫਰਮਾਂ ਆ, ਇਹਦੇ ਲਈ ਵੀ ਸਾਨੂੰ ਸਰਲ ਬਣਾਇਆ ਜਾਵੇ, ਕੋਰਟ ਇਹਦੇ ਵਿੱਚ ਇਨਕਲੂਡ ਕੀਤੀ ਜਾਵੇ। ਜੇ ਜ਼ਿਮੀਂਦਾਰ ਦੀ ਆਵਾਜ਼ ਕੋਰਟ DC ਸਾਹਿਬ ਨਹੀਂ ਸੁਣਦੇ ਤਾਂ ਕੋਰਟ ਦਿੱਤੇ ਜਾਣ ਦਾ ਅਧਿਕਾਰ ਹੋਵੇ ਉਹਨੂੰ। ਤੁਹਾਨੂੰ ਲੱਗਦਾ ਜਿਹੜੇ ਅੱਜ ਦੇ ਧਰਨੇ ਦੇ ਕਾਰਨ ਨਰਿੰਦਰ ਮੋਦੀ ਨੂੰ ਕੁਛ ਨਾ ਕੁਛ ਥੋੜਾ ਫਰਕ ਪਊਗਾ ਤੇ ਇਸ ਦੇ ਬਾਰੇ ਦੁਬਾਰਾ ਸੋਚਣ ਦੇ ਵਿਚਾਰ ਕਰਨਗੇ? ਦੇਖੋ ਜੀ ਧਰਨੇ ਦੇ ਬਾਰੇ ਗੱਲ ਇਹ ਆ ਵੀ ਨਰਿੰਦਰ ਮੋਦੀ ਬੰਦਾ ਹੀ ਆ, ਰੱਬ ਨਹੀਂ। ਗੌਰਮੈਂਟ ਅਸੀਂ ਬਣਾਈ ਆ, ਵਿਰੋਧ ਵਿੱਚ ਬਣਾਈ, ਸਹੀ 'ਚ ਬਣਾਈ। ਹਾਂ, ਜੇ ਮੈਂ ਸਾਰੀ ਪੰਜਾਬ ਦੀਆਂ ਕੈਪਟਨ ਸਰਕਾਰ, ਅਕਾਲੀ ਦਲ, ਕਾਂਗਰਸ, ਆਮ ਆਦਮੀ ਸਾਰੀਆਂ ਪਾਰਟੀਆਂ ਨੂੰ ਕਹਿੰਦਾ ਤੁਸੀਂ ਪਾਰਟੀਆਂ ਬਾਨੀਆਂ ਛੱਡ ਦਿਓ। ਜੇ ਸਰਕਾਰਾਂ ਬਣਦੀਆਂ ਉਹ ਵੀ ਜ਼ਿਮੀਂਦਾਰ ਮਜ਼ਦੂਰਾਂ ਸਿਰ ਤੇ ਬਣਦੀਆਂ, ਜੇ ਗੌਰਮੈਂਟਾਂ ਚੱਲਦੀਆਂ ਉਹ ਵੀ ਮਜ਼ਦੂਰਾਂ ਜ਼ਿਮੀਂਦਾਰਾਂ ਦੇ ਸਿਰ ਤੇ ਚੱਲਦੀਆਂ। ਸਾਰੇ ਇਕੱਠੇ ਹੋ ਕੇ ਦਿੱਲੀ ਵੱਲ ਨੂੰ ਕੂਚ ਕਰੋ, ਅਸੀਂ ਪਬਲਿਕ ਨਾਲ ਆ। ਦਿੱਲੀ ਵਿੱਚ ਤਾਂ ਵੜ ਨਹੀਂ ਦਿੱਤਾ ਜਾਂਦਾ, ਰਸਤੇ 'ਚ ਘੇਰ ਲੈਂਦੇ ਉਹਨਾਂ ਨੂੰ। ਦਿੱਲੀ ਵਿੱਚ ਦੇਖੋ ਜੀ, ਜੇ ਤਾਂ ਜਾਣਾ ਆ, ਜੇ ਤਾਂ ਆਪਾਂ ਦੱਸ ਕੇ ਜਾਣਾ ਜੀ ਅਸੀਂ ਦਿੱਲੀ ਚੱਲੇ ਆ, ਫਿਰ ਤਾਂ ਕਿਸੇ ਨੇ ਨਹੀਂ ਬਣਨ ਦੇਣਾ। ਇਹ ਤਾਂ ਜੀ ਦੇਖੋ ਗੌਰਮੈਂਟਾਂ ਚਾਹੁਣ, ਮੁੱਖ ਮੰਤਰੀ ਸਾਹਿਬ ਦੀ ਅਗਵਾਈ ਵਿੱਚ ਸਾਰੇ ਬੰਦੇ ਜਾ ਸਕਦੇ ਆ। ਅੱਜ ਰਾਜ ਸਭਾ ਵਿੱਚ BJP ਦੇ ਖਿਲਾਫ ਧਰਨੇ ਰੋਸ ਮੁਜ਼ਾਹਰੇ ਚੱਲ ਰਹੇ ਆ, ਕੀ ਉਹਨਾਂ ਨੂੰ ਜਾਣ ਤੋਂ ਕਿਸੇ ਨੇ ਰੋਕਿਆ? ਜਾ ਸਕਦੇ ਆ ਜੇ ਨੀਤ ਹੋਵੇ ਸਾਫ਼। ਇਹ ਤੁਹਾਨੂੰ ਲੱਗਦਾ ਕਿਤੇ ਜਿਹੜੀਆਂ ਆਪਣੀਆਂ ਪਾਰਟੀਆਂ ਹੈਗੀਆਂ ਆ, ਸਿਆਸੀ ਪਾਰਟੀਆਂ ਕਿਤੇ ਨਾ ਕਿਤੇ ਆਪਣੇ 2022 ਦੀਆਂ ਵੋਟ ਬੈਂਕ ਬਣਾ ਰਹੀਆਂ ਨੇ? ਹੋ ਸਕਦਾ ਜੀ, ਇਹ ਵੀ ਹੋ ਸਕਦਾ ਆ, ਪਰ ਅਸੀਂ ਤਾਂ ਸਾਰੇ ਪੰਜਾਬ ਨੂੰ ਇਹ ਕਹਿੰਦੇ ਆ, ਵੋਟਾਂ ਵੇਲੇ ਵੋਟਾਂ ਦੀ ਗੱਲ ਕਰ ਲਿਓ। ਅੱਜ ਕਿਸਾਨ ਰੁਲ ਗਿਆ ਤੇ ਸਾਰੀਆਂ ਪਾਰਟੀਆਂ ਵੀ ਰੁਲ ਜਾਣੇ, ਸਾਰੇ ਘਰ ਰੁਲ ਜਾਣੇ, ਇਕੱਠੇ ਹੋ ਕੇ ਹਮਲਾ ਮਾਰੀਏ। ਇਹ ਆਰਡੀਨੈਂਸ ਬਿੱਲ ਆਪਾਂ ਇਹਦਾ ਵਿਰੋਧ ਕਰਦੇ ਆ, ਰਾਸ਼ਟਰਪਤੀ ਜੀ ਨੂੰ ਅਪੀਲ ਕਰਦੇ ਆ। ਅਸੀਂ ਪੰਚਾਇਤਾਂ ਵੱਲੋਂ ਮਤੇ ਪਾ ਕੇ ਵੀ ਭੇਜੇ ਆ, ਰਾਸ਼ਟਰਪਤੀ ਜੀ ਨੂੰ ਅਪੀਲ ਕਰਦੇ ਤੁਸੀਂ ਇਹਨੂੰ ਬੈਕ ਕਰੋ, ਇਹਦੇ ਵਿੱਚ ਸੋਧ ਕਰਕੇ ਲਾਗੂ ਕਰ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ। ਤੇ ਅੱਜ ਦਾ ਜਿਹੜਾ ਤੁਹਾਡਾ ਬੰਦ ਕੀਤਾ ਹੋਇਆ, ਬੰਦ ਦੇ ਵਿੱਚ ਕਿਸੇ ਆਮ ਜਨਤਾ ਨੂੰ, ਆਮ ਲੋਕਾਂ ਨੂੰ ਕੋਈ ਨੁਕਸਾਨ ਦੀ ਗੱਲ ਤਾਂ ਨਹੀਂ? ਦੇਖੋ ਜੀ ਨੁਕਸਾਨ ਤਾਂ ਹੁੰਦਾ ਆ,
ਜੇ ਆਪਾਂ ਗੱਲ ਕਰੀਏ ਇੱਕ ਆਮ ਪਬਲਿਕ ਨੂੰ ਨੁਕਸਾਨ ਤਾਂ ਹੁੰਦਾ ਆ, ਪਰ ਅਸੀਂ ਉਹਨਾਂ ਤੋਂ ਵੀ ਮਾਫੀ ਮੰਗਦੇ ਆ। ਪਰ ਸਾਡੇ ਕੋਲ ਹੋਰ ਕੋਈ ਇਰਾਦਾ, ਸਾਡੇ ਕੋਲ ਆਪਣਾ ਵਿਰੋਧ ਕਰਨ ਲਈ ਹੋਰ ਕੋਈ ਪਲੇਟਫਾਰਮ ਹੈ ਨਹੀਂਗਾ, ਇਸ ਲਈ ਅਸੀਂ ਇਹ ਬੰਦ ਕਰਨਾ ਆ। ਉਹਨਾਂ ਸਾਰਿਆਂ ਤੋਂ ਅਸੀਂ ਮਾਫੀ ਮੰਗਦੇ ਆ। ਤੇ ਹੁਣ ਤੁਸੀਂ ਇਹ ਜਿਹੜਾ ਕਾਫਲਾ ਹੈ ਇੱਥੇ ਹੀ ਖਤਮ ਕਰਨਾ ਹੈ, ਰੱਖਣਾ ਹੈ, ਜਾਂ ਕਿਤੇ ਇਸ ਤੋਂ ਇਹਨੂੰ ਅੱਗੇ ਲੈ ਕੇ ਜਾ ਰਹੇ ਹੋ? ਅਸੀਂ ਜੀ ਦੇਖੋ ਜੀ ਇੱਥੇ ਪੀਸਫੁਲੀ ਚੱਲ ਰਿਹਾ, ਕਿਉਂਕਿ ਇਹ ਨੂਰਮਹਿਲ ਤੇ ਨਕੋਦਰ ਦੇ ਸੈਂਟਰ 'ਚ ਆ ਜਾਂਦਾ। ਇਹ ਜਿਹੜੀ ਸੜਕ ਹੈ ਹਾਈਵੇ ਦੀ ਨਹੀਂ ਗੀ, ਆਲਮੋਸਟ ਸਾਰੇ ਪਿੰਡਾਂ ਨੇ ਸਹਿਮਤੀ ਦੇ ਕੇ ਇਹਨੂੰ ਬੰਦ ਕੀਤਾ। ਹੁਣ ਅਸੀਂ ਨਕੋਦਰ ਜਾਵਾਂਗੇ, ਉੱਥੋਂ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਾਂਗੇ ਜਿੱਥੇ ਸਾਡੀ ਲੋੜ ਹੋਊਗੀ, ਕਿਉਂਕਿ ਅਸੀਂ ਆਜ਼ਾਦ ਪੰਛੀ ਆ। ਅਸੀਂ ਕਿਸੇ ਪਾਰਟੀ ਨਾਲ ਨਹੀਂ, ਅਸੀਂ ਕਿਸਾਨ ਦੇ ਨਾਲ ਆ। ਕਿਸਾਨ ਦੇ ਨਾਲ ਵੀ ਪਹਿਲਾਂ ਅਸੀਂ ਆਪਣੇ ਆਪ ਨੂੰ ਬਚਾਉਣ ਲਈ ਆ, ਜਿੱਥੇ ਸਾਨੂੰ ਸੱਦਣਗੇ ਅਸੀਂ ਜਾਣਾ ਆ। ਮੇਰਾ ਇੱਕ ਬਹੁਤ ਛੋਟਾ ਜਿਹਾ ਸਵਾਲ ਸੀਗਾ, ਮੈਨੂੰ ਦੱਸੋ ਵੀ ਅੱਜ ਦੇ ਟਾਈਮ ਦੇ ਵਿੱਚ ਕਿਸਾਨ ਨੂੰ ਕਿਸੇ ਧਰਨਿਆਂ ਦੇ ਵਿੱਚ ਜਾਂ ਕਿਸੇ ਹੋਰ ਚੀਜ਼ਾਂ ਦੀ ਬਜਾਏ ਉਹਨਾਂ ਨੂੰ ਇੱਕ ਅਵੇਅਰ ਕਰਨ ਦੀ ਲੋੜ ਨਹੀਂ ਵੀ ਆਪਾਂ ਜਿਹੜੇ ਸਾਡੀਆਂ ਫਸਲਾਂ ਹੈਗੀਆਂ ਜਾਂ ਜਿਹੜੇ ਸਾਡੇ ਅਸੀਂ ਕਿੱਤੇ ਕਰਦੇ ਆ ਉਹਨਾਂ ਨੂੰ ਇੱਕ ਸਹੀ ਢੰਗ ਦੇ ਨਾਲ ਨਿਪਰੇ ਚੜ੍ਹਨ ਦੀ ਲੋੜ ਹੋਵੇ? ਬਿਲਕੁਲ ਤੇ ਸਹੀ ਗੱਲ ਆ, ਇਹ ਅਵੇਅਰ ਕਰਨਾ ਚਾਹੀਦਾ, ਪਰ ਕੋਈ ਸੁਣਨ ਨੂੰ ਤਾਂ ਤਿਆਰ ਹੋਵੇ। ਮੋਦੀ ਗਵਰਨਮੈਂਟ ਤਾਂ ਸੁਣਨ ਨੂੰ ਹੀ ਤਿਆਰ ਨਹੀਂ। ਕੀ ਕਿਸਾਨ ਸੁਣਦੇ ਨੇ ਤੁਹਾਡੀ? ਕਿਸਾਨ ਸੁਣਦੇ ਆ। ਦੇਖੋ ਜੀ ਕਿਸਾਨ ਦੇ ਜਿਹਦੇ ਬੱਚੇ ਮਰਦੇ ਆ, ਜਿਹੜਾ ਆਪਣੇ ਬੱਚਿਆਂ ਦਾ ਭਵਿੱਖ ਦੇਖਦਾ, ਉਹਨੇ ਤਾਂ ਜੀ ਸੁਣਨਾ ਹੀ ਆ। ਉਹ ਤਾਂ ਹਰੇਕ ਪਲੇਟਫਾਰਮ ਤੇ ਗੱਲ ਕਰਨ ਨੂੰ ਤਿਆਰ ਆ, ਕੋਈ ਆਵੇ ਤਾਂ ਸਹੀ। ਜਿਵੇਂ ਤੁਸੀਂ ਅੱਜ ਆਰਡੀਨੈਂਸ ਦੇ ਬਾਰੇ ਸਾਰਾ ਪੰਜਾਬ ਇਕੱਠਾ ਹੋ ਗਿਆ, ਇਹ ਜਦੋਂ ਆਪਣੇ ਕੈਪਟਨ ਅਮਰਿੰਦਰ ਸਿੰਘ ਨੇ ਬੰਦ ਕੀਤਾ ਸੀ, ਕਹਿੰਦੇ ਵੀ ਅਸੀਂ ਕਰਜ਼ੇ ਮਾਫ ਕਰਾਂਗੇ, ਉਸ ਟਾਈਮ ਵਿੱਚ ਸਾਰਾ ਇਕੱਠ ਹੋਇਆ ਹੁੰਦਾ ਕਿ ਤੁਹਾਨੂੰ ਉਮੀਦ ਸੀ ਵੀ ਉਸ ਟਾਈਮ ਸਾਡੇ ਲੋਕਾਂ ਦੇ ਕਰਜ਼ੇ ਵੀ ਸ਼ਾਇਦ ਮਾਫ ਹੋ ਜਾਂਦੇ? ਦੇਖੋ ਜੀ ਕਰਜ਼ੇ ਮਾਫ ਹੋਣੇ ਚਾਹੀਦੇ ਆ। ਗਵਰਨਮੈਂਟਾਂ ਨੂੰ ਪੈਸਾ ਅਸੀਂ ਦਿੰਦੇ ਆ, ਭਾਵੇਂ ਦੀ ਉਹ ਕੈਪਟਨ ਆ, ਭਾਵੇਂ ਦੀ ਉਹ ਮੋਦੀ ਸਰਕਾਰ ਆ, ਕਰਜ਼ੇ ਮਾਫ ਕਰਨੇ ਚਾਹੀਦੇ ਆ। ਇਹਦੇ ਵਿੱਚ ਵੀ ਲੋਕਾਂ ਨੂੰ ਲਾਮਬੰਦ ਹੋਣਾ ਚਾਹੀਦਾ। ਹਾਂਜੀ ਭਾਜੀ, ਤੁਸੀਂ ਇਸ ਬਾਰੇ ਕੀ ਕਹੋਗੇ? ਮੈਂ ਤਾਂ ਇਹ ਕਹੂੰਗਾ ਵੀ ਜ਼ਿਮੀਂਦਾਰ ਤਾਂ ਪਹਿਲਾਂ ਹੀ ਆਲੂਆਂ 'ਚ ਤੇ ਮੱਕੀ ਦੇ ਵਿੱਚ ਪਹਿਲਾਂ ਹੀ ਡੁੱਬਿਆ ਪਿਆ। ਜੇ ਕਣਕ ਝੋਨਾ ਹੀ ਉਹਨਾਂ ਦਾ ਦੋ ਫਸਲਾਂ ਸਾਡਾ ਪੰਜਾਬ ਦੇ ਵਿੱਚ, ਜੇ ਵੀ ਲੱਕ ਤੋੜ ਦਿੱਤਾ ਸਾਡਾ ਮੋਦੀ ਨੇ, ਤਾਂ ਅਸੀਂ ਜਾਵਾਂਗੇ ਕਿੱਥੇ? ਸਾਰਾ ਕਿਸਾਨ ਪਹਿਲਾਂ ਹੀ ਡੁੱਬੇ ਅਸੀਂ ਪਏ। ਦੋ ਫਸਲਾਂ ਤੇ ਨਿਰਭਰ ਕਿਉਂ ਰਹੇ ਨੇ, ਬਾਕੀ ਫਸਲ ਨੂੰ ਅਸੀਂ ਅੱਗੇ ਕਿਉਂ ਨਹੀਂ ਵਧਾਉਂਦੇ? ਅਸੀਂ ਤਾਂ ਪਹਿਲਾਂ ਹੀ ਕਹਿੰਦੇ ਵੀ ਮੱਕੀ ਦਾ ਰੇਟ ਦੇਖ ਲਓ ਕਿੱਥੇ ਆ, ਆਲੂਆਂ ਦਾ ਰੇਟ ਕਿੱਥੇ ਆ, ਇਹਦਾ ਪਹਿਲਾਂ ਹੀ ਨਹੀਂ ਕੁਝ ਵੀ ਕਰ ਰਹੇ। ਤੇ ਕਣਕ ਝੋਨੇ ਦਾ ਵੱਜਾ ਰੇਟ ਸੀ, ਇਹ ਵੀ ਤੋੜੀ ਜਾਂਦੇ ਆ। ਕਿਸਾਨ ਕਿੱਥੇ ਜਾਣਗੇ ਮੁੜ ਕੇ? ਅਸੀਂ ਤਾਂ ਪਹਿਲਾਂ ਹੀ ਵਿਰੋਧ ਕਰਦੇ ਸਰ। ਹਾਂਜੀ ਸਰ, ਸਾਨੂੰ ਤੁਸੀਂ ਦੱਸੋ ਵੀ ਜਿਹੜਾ ਆ ਬੰਦ ਕੀਤਾ ਜਾਂਦਾ ਕਿਸਾਨਾਂ ਦੇ ਲਈ, ਵੀ ਹਾਂ ਵੀ ਇਹਦੇ ਹੱਕ ਦੀ ਗੱਲ ਕੀਤੀ ਜਾਂਦੀ ਆ, ਪਰ ਇਹਦੇ ਵਿੱਚ ਕਿਤੇ ਨਾ ਕਿਤੇ ਇਹ ਲੱਗਦਾ ਆ ਵੀ ਸਿਆਸੀ ਲੀਡਰ ਜਿਹੜੇ ਹੈਗੇ ਸਿਰਫ ਆਪਣੀ ਵੋਟ ਬੈਂਕ ਚਮਕਾਉਣ ਨੂੰ ਲੱਗੇ ਰਹਿੰਦੇ। ਕੀ ਤੁਸੀਂ ਇਹਦੇ ਵਿੱਚ ਕਿੰਨਾ ਸਹਿਮਤ ਹੋ? ਅਸੀਂ ਵਿੱਚ ਇਹਦੇ ਵਿੱਚ ਇਹੀ ਕਹਿਣਾ ਚਾਹੁੰਦੇ ਹਾਂ, ਕੋਈ ਸਿਆਸੀ ਲੀਡਰ ਨਹੀਂ ਇਸ ਵਿੱਚ ਵੋਟ ਚਾਹੁੰਦਾ। ਅਸੀਂ ਸਾਂਝੀ ਹਰ ਇੱਕ ਕਮਿਊਨਿਟੀ ਇੱਥੇ ਸ਼ਾਮਲ ਆ। ਇਹਦੇ ਵਿੱਚ ਸਿਰਫ ਕਿਸਾਨ ਜਥੇਬੰਦੀ ਕਿਸਾਨ ਹੀ ਹੋਣੇ ਚਾਹੀਦੇ ਨੇ? ਬਿਲਕੁਲ ਹੋਣੇ ਜਥੇਬੰਦੀਆਂ ਨਹੀਂ, ਕਿਸਾਨ ਹੀ ਹੋਣੇ ਚਾਹੀਦੇ ਨਾਲ। ਹਾਂਜੀ, ਸਾਰੀਆਂ ਹੋਣੀਆਂ ਚਾਹੀਦੀਆਂ ਜੀ, ਕਿਉਂਕਿ ਇਸ ਵੇਲੇ ਜੇ ਕਿਸਾਨ ਮਾਰਿਆ ਗਿਆ ਤੇ ਬਾਕੀ ਮਜ਼ਦੂਰ ਵੀ ਕੀ ਕਰਨਗੇ? ਉਹ ਕਿੱਥੇ ਜਾਣਗੇ? ਮੈਂ ਤਾਂ ਇੱਥੋਂ ਤੱਕ ਵੀ ਕਹਿਣਾ, ਜਿਹੜੇ 4-5 ਪਿੰਡ ਆ, ਇਹਨਾਂ ਨੂੰ ਫਾਈਨੈਂਸ ਤੌਰ ਤੇ ਵੀ ਜ਼ਿਮੀਂਦਾਰ ਯੂਨੀਅਨ ਦੀ ਮਦਦ ਕਰਨੀ ਚਾਹੀਦੀ ਆ ਫਾਈਨੈਂਸ਼ਲੀ। ਭਾਵੇਂ ਸਾਨੂੰ ਕੁਝ ਵੀ ਹੋਵੇ, ਲਿੱਤਣਾ, ਵੀਰ ਪਿੰਡ, ਨਵਾਂ ਪਿੰਡ, ਕੋਨੇ ਪਿੰਡ ਆ, ਅਸੀਂ ਪੈਸੇ ਇਕੱਠੇ ਕਰਕੇ ਵੀ ਇਹਨਾਂ ਨੂੰ ਕਿਸਾਨ ਯੂਨੀਅਨ ਮਜ਼ਦੂਰਾਂ ਲਈ ਤਾਂ ਹੈਲਪ ਵੈਸੇ ਹੋ ਰਹੀ ਹੈ। ਸਾਡੀ 18 ਰੁਪਏ ਵਾਲੀ ਕਣਕ 2 ਰੁਪਏ ਕਿਲੋ ਵਿਕਦੀ ਹੈ, ਮਿਲਦੀ ਉਹਨਾਂ ਨੂੰ ਨਹੀਂ। ਬਸ ਉਹ ਆਊ ਕਣਕ ਤਾਂ ਵਿਕਣਗੀ, ਮਿਲਦੀ ਹੈ, ਉਹ ਤਾਂ ਪਿੰਡਾਂ ਵਿੱਚ ਮਿਲਦੀ ਪਈ ਆ। ਕਿਤੇ ਤੁਹਾਨੂੰ ਲੱਗਦਾ ਇਹ ਨੁਕਸਾਨ ਦੇ ਰਿਹਾ? ਉਹ ਤਾਂ ਫੇਰ ਜਿਸ ਤਰ੍ਹਾਂ ਮੋਦੀ ਨੇ ਇਹ ਕੰਮ ਕਰ ਦਿੱਤਾ, ਇਹ ਵੀ ਹੋ ਸਕਦਾ ਕੱਲ ਨੂੰ। ਜਿਸ ਤਰ੍ਹਾਂ ਇਹ ਵੀ ਹੋਈ, ਇਹ ਤਾਂ ਪੋਸੀਬਲ ਆ। ਇਹ ਸਾਰਿਆਂ ਤੋਂ ਵੱਡੀ ਚੀਜ਼ ਨੈਕਸਟ ਫਿਊ ਈਅਰਸ ਹੀ ਕਮ। ਹੁਣ ਤੁਸੀਂ ਜਿਹੜੀ ਸਰਕਾਰ ਦੇ ਕੋਲੋਂ ਕੀ ਮੰਗ ਕਰਦੇ ਹੋ ਵੀ ਤੁਹਾਡੇ ਅਸੀਂ ਤਾਂ ਮੰਗ ਕਰਦੇ ਜੋ ਪਹਿਲਾਂ ਜਿਸ ਤਰ੍ਹਾਂ ਸੀ ਉਸੇ ਤਰ੍ਹਾਂ ਹੀ ਕਿਸਾਨ ਨੂੰ ਚਾਲੂ ਰਹਿਣ ਦੇਣ। ਹੋਰ ਸਾਡੀ ਕੋਈ ਮੰਗ ਨਹੀਂ। ਅਸੀਂ ਇੱਥੋਂ ਤੱਕ ਕਿਸਾਨਾਂ ਨੂੰ, ਕਿਸਾਨ ਯੂਨੀਅਨ ਨੂੰ, ਮੈਂ ਪਿੰਡਾਂ ਦੀ ਗੱਲ ਕਰਦਾ ਜਿਹੜੇ ਸਾਡੇ ਲੋਕਲ ਪਿੰਡ ਆ, ਭਾਵੇਂ ਗਰੀਬ ਆ, ਭਾਵੇਂ ਅਮੀਰ ਆ, ਭਾਵੇਂ ਮਜ਼ਦੂਰ ਆ, ਕੋਈ ਵੀ ਆ, ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ 10-10 ਰੁਪਏ ਇਕੱਠੇ ਕਰਕੇ ਵੀ ਹਰ ਕੋਈ ਪਿੰਡ ਲੱਖਾਂ ਦੇ ਹਿਸਾਬ ਨਾਲ ਇਹ ਕਿਸਾਨ ਯੂਨੀਅਨ ਦਿੱਤੇ ਜਾਣ, ਉਹ ਫਾਈਟ ਕਰੇ। ਹਰ ਕੋਈ ਬੰਦਾ ਫਾਈਟ ਨਹੀਂ ਕਰ ਸਕਦਾ। ਕਿਸਾਨ ਯੂਨੀਅਨ ਦੇ ਪ੍ਰਧਾਨਾਂ ਨੂੰ ਤੁਸੀਂ ਪੈਸਾ ਦੋਗੇ, ਕਿਤੇ ਇਹ ਨਾ ਹੋਵੇ ਲੱਖੋਂ ਵਾਲਾ ਵਾਂਗੂ ਵਿਕ ਜਾਣ। ਕਿਸਾਨ ਜਿਹੜੇ ਮਗਰ ਜ਼ਿਮੀਂਦਾਰ ਆ, ਉਹ ਲੱਕ ਤੋੜ ਕੇ ਇਸ ਵੇਲੇ ਆਪਣਾ ਕੰਮ ਕਰ ਪਤਾ ਪੈਸੇ ਕਰਕੇ ਲੋਕ ਵਿਕ ਜਾਂਦੇ ਨੇ। ਵੈਸੇ ਇਹਦੇ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ। ਤੇ ਬਾਕੀ ਇਹ ਸਾਡੇ ਸਰਪੰਚ ਇਹਨਾਂ ਨਾਲ ਹਾਂ, ਤੇ ਬਾਕੀ ਇਹਨਾਂ ਮੈਂ ਜ਼ਰੂਰ ਕਹੂੰਗਾ ਜਿੰਨੇ ਵੀ ਕਿਸਾਨ ਭਾਈ ਸਭ ਜਾਂਦੇ ਸਾਨੂੰ ਸਾਡੇ ਦਰਸ਼ਕਾਂ ਨੂੰ ਜਾਂ ਸਾਡੇ ਜਿਹੜੇ ਆਵਾਮ ਹੈਗੀ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਇਹੀ ਦੇਣਾ ਚਾਹੁੰਦਾ ਜੀ ਕਿ ਦੇਖੋ, ਕਿਸੇ ਵੀ ਵਰਗ ਦਾ ਕੋਈ ਵੀ ਫੈਸਲਾ, ਸੈਂਟਰ ਗਵਰਨਮੈਂਟ ਹੋਵੇ ਚਾਹੇ ਪੰਜਾਬ ਗਵਰਨਮੈਂਟ ਹੋਵੇ, ਉਸ ਵਰਗ ਦੇ ਨਾਲ ਸਲਾਹ ਕਰਕੇ ਕੋਈ ਫੈਸਲੇ ਲੈਣੇ ਚਾਹੀਦੇ ਆ। ਇਹ ਨਹੀਂ ਕਿ ਤੁਸੀਂ ਫੈਸਲਾ ਲੈ ਲਿਆ ਸੰਸਦ ਵਿੱਚ ਬੈਠਿਆਂ ਨੇ ਤੇ ਉਸ ਵਰਗ ਨੂੰ ਪਤਾ ਹੀ ਨਹੀਂ ਹੋਵੇ, ਚਾਹੇ ਕਿਸਾਨ ਵਰਗ ਹੋਵੇ, ਚਾਹੇ ਮਜ਼ਦੂਰ ਵਰਗ ਹੋਵੇ, ਚਾਹੇ ਵਪਾਰੀ ਵਰਗ ਹੋਵੇ, ਉਹਨਾਂ ਦਾ ਜੋ ਵੀ ਫੈਸਲਾ ਲੈਣਾ ਆ ਉਹ ਫੈਸਲਾ ਉਹਨਾਂ ਨੂੰ ਮੁੱਖ ਰੱਖਦੇ ਆ, ਉਹਨਾਂ ਨੂੰ ਵਿੱਚ ਪਾਰਟਿਸਿਪੇਟ ਕਰਵਾ ਕੇ ਲੈਣਾ ਚਾਹੀਦਾ। ਇਹ ਨਹੀਂ